ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸੰਗਤ ਜੀ, ਅੱਜ ਅਸੀਂ ਆਪ ਜੀ ਦੇ ਨਾਲ ਭਗਤ ਬਿਦਰ ਜੀ ਦੀ ਸਾਖੀ ਸਾਂਝੀ ਕਰਨੀ ਜਾ ਰਹੇ ਹਾਂ। ਬਿਦਰ ਜੀ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਦੇ ਅਨੰਨ ਭਗਤ ਹੋਏ ਹਨ। ਦੱਸਿਆ ਜਾਂਦਾ ਹੈ ਕਿ ਆਪ ਪਿਛਲੇ ਜਨਮ ਵਿੱਚ ਧਰਮ ਰਾਜਾ ਦੀ ਪਦਵੀ ਤੇ ਲੱਗੇ ਹੋਏ ਸਨ, ਪਰ ਇੱਕ ਰਿਖੀ ਜੀ ਦੇ ਸਰਾਪ ਕਰਕੇ ਆਪ ਜੀ ਨੂੰ ਮਾਤ ਲੋਕ ਵਿੱਚ ਮਨੁੱਖੀ ਜਨਮ ਧਾਰਨਾ ਪਿਆ ਤੇ ਆਪ ਇੱਕ ਗੋਲੀ ਦੇ ਘਰ ਪੈਦਾ ਹੋਏ। ਪਿਛਲੇ ਜਨਮ ਦੀ ਭਗਤੀ ਦੇ ਪ੍ਰਤਾਪ ਕਾਰਨ ਆਪ ਜੀ ਨੂੰ ਭਾਰਾ ਗਿਆਨ ਸੀ ਤੇ ਸਤ ਅਸਤ ਦੀ ਵਿਚਾਰ ਦੇ ਭਾਰੇ ਧੁਰੰਧਰ ਸਨ। ਆਪ ਜੀ ਪਾਂਡਵਾਂ ਦੇ ਰਾਜ ਵਿੱਚ ਮਹਾਭਾਰਤ ਦੇ ਯੁੱਧ ਤੋਂ ਪਹਿਲੇ ਵਜ਼ੀਰ ਰਹਿ ਚੁੱਕੇ ਸਨ, ਪਰ ਜਿਉਂ ਹੀ ਪਾਂਡਵਾਂ ਤੇ ਬਿਪਤਾ ਪਈ, ਆਪ ਵੀ ਇਸ ਅਹੁਦੇ ਤੋਂ ਹਟ ਗਏ ਤੇ ਸ਼ਹਿਰ ਤੋਂ ਬਾਹਰ ਇੱਕ ਕੁਟੀਆ ਬਣਾ ਕੇ ਰਹਿਣ ਲੱਗ ਪਏ। ਆਪ ਇਤਨੇ ਬੁੱਧੀ ਵਾਲੇ ਸਨ ਕਿ ਆਪ ਜੀ ਨੇ ਪਾਂਡਵਾਂ ਨੂੰ ਲਾਖ ਦੇ ਮਹੱਲ ਵਿੱਚੋਂ ਸੜਨੋਂ ਬਚਾਇਆ ਤੇ ਫਿਰ ਪਾਂਡਵਾਂ ਨੂੰ ਜੂਆ ਖੇਡਣੋਂ ਵੀ ਵਰਜਿਆ ਸੀ। ਪਰ ਹੋਣੀਹਾਰ ਮਿਟਾਵੇ ਕੌਣ? ਇਸ ਦੇ ਕਥਨ ਅਨੁਸਾਰ ਪਾਂਡਵ ਭਾਵੇਂ ਆਪ ਦਾ ਭਾਰਾ ਸਤਿਕਾਰ ਕਰਦੇ ਸਨ, ਪਰ ਉਹਨਾਂ ਨੇ ਬਿਦਰ ਜੀ ਦੀ ਇਸ ਸਿੱਖਿਆ ਤੇ ਅਮਲ ਨਾ ਕਰਨ ਕਰਕੇ ਭਾਰੇ ਦੁੱਖ ਪਾਏ। ਬਿਦਰ ਜੀ ਸ੍ਰੀ ਕ੍ਰਿਸ਼ਨ ਜੀ ਦੇ ਭਾਰੇ ਭਗਤ ਸਨ ਤੇ ਪਾਂਡਵਾਂ ਦੇ ਹਿਤੂ ਸਨ, ਜਿਸ ਕਰਕੇ ਕੌਰਵ ਉਹਨਾਂ ਨਾਲ ਵਿਰੋਧ ਕਰਦੇ ਸਨ ਤੇ ਉਹਨਾਂ ਲਈ ਅਪਮਾਨਜਨਕ ਸ਼ਬਦ ਵਰਤਣ ਤੋਂ ਵੀ ਗੁਰੇਜ਼ ਨਹੀਂ ਕਰਦੇ ਸਨ। ਪਰ ਸਮਾਂ ਬੀਤਦਾ ਗਿਆ, ਪਾਂਡਵ ਬਨਵਾਸ ਲਈ ਚਲੇ ਗਏ। ਬਿਦਰ ਜੀ ਉਹਨਾਂ ਨੂੰ ਬਨਵਾਸ ਦੇ ਸਮੇਂ ਵਿੱਚ ਵੀ ਕਈ ਵਾਰੀ ਮਿਲਦੇ ਰਹੇ ਤੇ ਪ੍ਰੇਮ ਵੈਰਾਗ ਦੀਆਂ ਗੱਲਾਂ ਕਰਕੇ ਆਨੰਦ ਪ੍ਰਾਪਤ ਕਰਿਆ ਕਰਦੇ ਸਨ। ਪਾਂਡਵਾਂ ਦਾ ਬਨਵਾਸ ਦਾ ਸਮਾਂ ਬਤੀਤ ਹੋ ਗਿਆ। 13ਵਾਂ ਸਾਲ ਛੁਪ ਕੇ ਕੱਟਣ ਦੀ ਸ਼ਰਤ ਸੀ, ਉਹ ਵੀ ਪੂਰੀ ਹੋ ਗਈ। ਪਰ ਇੱਕ ਦਿਨ ਦਾ ਰੌਲਾ ਪਾ ਕੇ ਕੌਰਵਾਂ ਨੇ ਉਹਨਾਂ ਨੂੰ ਉਹਨਾਂ ਦਾ ਰਾਜ ਭਾਗ ਦੇਣ ਤੋਂ ਇਨਕਾਰ ਕਰ ਦਿੱਤਾ। ਹੋਰ ਵੀ ਕਈਆਂ ਨੇ ਸਮਝਾਇਆ, ਪਰ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਖਾਸ ਤੌਰ ਤੇ ਕੌਰਵਾਂ ਨੂੰ ਸਮਝਾਉਣ ਲਈ ਉਹਨਾਂ ਪਾਸ ਪੁੱਜੇ। ਸ੍ਰੀ ਕ੍ਰਿਸ਼ਨ ਜੀ ਨੇ ਸਮਝਾਇਆ ਕਿ ਹੁਣ ਗੁੱਸੇ ਨੂੰ ਜਾਣ ਦਿਓ, ਬੀਤੀਆਂ ਗੱਲਾਂ ਨੂੰ ਭੁੱਲ ਜਾਓ ਤੇ ਪਾਂਡਵਾਂ ਦਾ ਰਾਜ ਭਾਗ ਹੁਣ ਉਹਨਾਂ ਨੂੰ ਵਾਪਸ ਕਰ ਦਿਓ। ਦੁਰਯੋਧਨ ਕਹਿਣ ਲੱਗਾ, ਇਹ ਕਿਵੇਂ ਹੋ ਸਕਦਾ ਹੈ? ਜਦ ਉਹ ਸ਼ਰਤ ਹੀ ਹਾਰ ਗਏ ਹਨ। ਉਹਨਾਂ ਨੇ 13ਵੇਂ ਸਾਲ ਦੀ ਸ਼ਰਤ ਪੂਰੀ ਨਹੀਂ ਕੀਤੀ। 1-2 ਦਿਨ ਪਹਿਲੇ ਹੀ ਸਾਨੂੰ ਉਹਨਾਂ ਦਾ ਪਤਾ ਲੱਗ ਗਿਆ ਸੀ, ਇਸ ਲਈ ਉਹ ਹੁਣ ਫਿਰ 12 ਸਾਲ ਸ਼ਰਤ ਅਨੁਸਾਰ ਹੋਰ ਬਨਵਾਸ ਭੋਗਣਗੇ। ਸ੍ਰੀ ਕ੍ਰਿਸ਼ਨ ਜੀ ਨੇ ਬੜਾ ਸਮਝਾਇਆ, ਪਰ ਉਹਨਾਂ ਤੇ ਕੋਈ ਅਸਰ ਨਾ ਹੋਇਆ। ਉਹਨਾਂ ਨੇ ਹੰਕਾਰ ਵਿੱਚ ਆ ਕੇ ਕਈ ਇਤਰਾਜ਼ਯੋਗ ਗੱਲਾਂ ਵੀ ਕਹਿ ਦਿੱਤੀਆਂ ਸਨ। ਸ੍ਰੀ ਕ੍ਰਿਸ਼ਨ ਜੀ ਵਾਪਸ ਪਰਤ ਆਏ। ਉਹਨਾਂ ਨੇ ਸ੍ਰੀ ਕ੍ਰਿਸ਼ਨ ਜੀ ਦਾ ਕੋਈ
ਮਾਨ ਅਤੇ ਸਤਿਕਾਰ ਨਾ ਕੀਤਾ। ਕੁਝ ਦਿਨਾਂ ਬਾਅਦ ਸ੍ਰੀ ਕ੍ਰਿਸ਼ਨ ਜੀ ਸਮਝਾਉਣ ਲਈ ਫਿਰ ਗਏ, ਪਰ ਫਿਰ ਵੀ ਉਹਨਾਂ ਤੇ ਕੋਈ ਅਸਰ ਨਾ ਹੋਇਆ। ਤੀਜੀ ਵਾਰ ਫਿਰ ਗਏ। ਇਸ ਵਾਰ ਉਹਨਾਂ ਨੇ ਕੌਰਵਾਂ ਨੂੰ ਇੱਥੋਂ ਤੱਕ ਕਹਿ ਦਿੱਤਾ ਕਿ ਤੁਸੀਂ ਪਾਂਡਵ ਭਰਾਵਾਂ ਨੂੰ ਇੱਕ ਇੱਕ ਪਿੰਡ ਅਰਥਾਤ 5 ਪਿੰਡ ਹੀ ਦੇ ਦਿਓ, ਉਹ ਇਸੇ ਵਿੱਚ ਹੀ ਗੁਜ਼ਾਰਾ ਕਰ ਲੈਣਗੇ। ਪਰ ਹੰਕਾਰੀ ਕੌਰਵਾਂ ਨੇ ਸ੍ਰੀ ਕ੍ਰਿਸ਼ਨ ਜੀ ਦੀ ਇੱਕ ਵੀ ਗੱਲ ਨਾ ਮੰਨੀ, ਸਗੋਂ ਕਬੋਲ ਬੋਲ ਕੇ ਸ੍ਰੀ ਕ੍ਰਿਸ਼ਨ ਜੀ ਤੇ ਹੀ ਨਜਾਇਜ਼ ਦਬਾਅ ਪਾਉਣ ਲੱਗੇ ਕਿ ਤੁਸੀਂ ਉਹਨਾਂ ਦਾ ਪੱਖ ਕਿਉਂ ਕਰਦੇ ਹੋ? ਤੁਸੀਂ ਸਭ ਦੇ ਸਾਂਝੇ ਹੋ, ਇਸ ਲਈ ਤੁਸੀਂ ਉਹਨਾਂ ਦਾ ਸਾਥ ਨਾ ਦਿਓ। ਸ੍ਰੀ ਕ੍ਰਿਸ਼ਨ ਜੀ ਨੇ ਵੀ ਇਸ ਵਾਰ ਉਹਨਾਂ ਦੇ ਘਰ ਦਾ ਪਾਣੀ ਤੱਕ ਨਾ ਪੀਤਾ। ਸਮਝ ਲਿਆ ਕਿ ਇਹ ਬੜੇ ਹੰਕਾਰੀ ਹਨ ਤੇ ਇਹਨਾਂ ਦਾ ਹੰਕਾਰ ਟੁੱਟੇ ਬਗੈਰ ਇਹਨਾਂ ਨੂੰ ਸਮਝ ਨਹੀਂ ਆਉਣੀ। ਆਪ ਫਿਰ ਗਏ ਤਾਂ ਕੌਰਵਾਂ ਦੇ ਘਰ ਨਾ ਗਏ ਤੇ ਰਾਤ ਬਿਦਰ ਜੀ ਦੇ ਘਰ ਆਰਾਮ ਕਰਨ ਲਈ ਠਹਿਰ ਗਏ, ਜਿਸ ਨੂੰ ਭਾਈ ਗੁਰਦਾਸ ਜੀ ਉਸ ਸਮੇਂ ਦੀ ਵਾਰਤਾ ਨੂੰ ਇਉਂ ਕਥਨ ਕਰਦੇ ਹਨ। ਆਇਆ ਸੁਣਿਆ ਬਿਦਰ ਦੇ, ਬੋਲੇ ਦੁਰਜੋਧਨ ਹੋਏ ਰੁੱਖਾ, ਘਰ ਅਸਾਡੇ ਛੱਡ ਕੇ ਗੋਲੇ ਦੇ ਘਰ ਜਾਹੇ ਕੇ ਸੁਖਾ, ਭੀਖਮ ਦਰੋਣਾ ਕਰਨ ਤਜ, ਸਭਾ ਸਿਗਾਰ ਵੱਡੇ ਮਨੁੱਖਾ, ਝੁੰਗੀ ਜਾਏ ਵਲਾਇਓਨ, ਸਭਨਾ ਦੇ ਜੀ ਅੰਦਰ ਤੁਖਾ, ਹੱਸ ਬੋਲੇ ਭਗਵਾਨ ਜੀ, ਸੁਣਹੁ ਰਾਜਾ ਹੋਏ ਸਨਮੁਖਾ, ਤੇਰੇ ਭਾਉ ਨਾ ਦਿਸਈ, ਮੇਰੇ ਨਾਹੀ ਅਪਦਾ ਦੁਖਾ, ਭਾਉ ਜਵੇਹਾ ਬਿਦਰ ਦੇ, ਹੋਰੀ ਦੇ ਚਿਤ ਚਾਉ ਨ ਚੁਖਾ, ਗੋਬਿੰਦ ਭਾਉ ਭਗਤ ਦਾ ਭੁਖਾ। ਗੋਬਿੰਦ ਭਾਉ ਭਗਤ ਦਾ ਭੁਖਾ ਮਤਲਬ ਕਿ ਸ੍ਰੀ ਕ੍ਰਿਸ਼ਨ ਜੀ ਦਾ ਬਿਦਰ ਦੇ ਘਰ ਠਹਿਰਨਾ ਦੁਰਜੋਧਨ ਨੇ ਪਸੰਦ ਨਾ ਕੀਤਾ। ਉਸ ਨੇ ਪ੍ਰੇਮ ਭਾਵ ਨੂੰ ਸਮਝਿਆ ਹੀ ਨਹੀਂ ਸੀ, ਨਾ ਸ੍ਰੀ ਕ੍ਰਿਸ਼ਨ ਜੀ ਨੂੰ ਭਗਵਾਨ ਜਾਣਿਆ ਸੀ, ਸਗੋਂ ਸ੍ਰੀ ਕ੍ਰਿਸ਼ਨ ਜੀ ਨੂੰ ਇੱਕ ਰਾਜਾ ਤੇ ਆਪਣੇ ਤੋਂ ਛੋਟਾ ਰਾਜਾ ਸਮਝਦਾ ਸੀ। ਸ੍ਰੀ ਕ੍ਰਿਸ਼ਨ ਜੀ ਵੀ ਵਕਤਨ ਬਵਕਤਨ ਉਹਨਾਂ ਨੂੰ ਮਿਲਦੇ ਸਨ, ਪਰ ਇਸ ਲਈ ਕਿ ਇਹ ਸਿੱਧ ਹੋ ਜਾਣ ਤੇ ਰਾਹ ਰਾਸਤੀ ਤੇ ਆ ਜਾਣ। ਸੋ ਇੰਨਾ ਫਰਕ ਸੀ ਉਹਨਾਂ ਵਿੱਚ ਤੇ ਸ੍ਰੀ ਕ੍ਰਿਸ਼ਨ ਜੀ ਦੇ ਖਿਆਲਾਂ ਵਿੱਚ। ਸੋ ਹੁਣ ਸ੍ਰੀ ਕ੍ਰਿਸ਼ਨ ਜੀ ਬਿਦਰ ਜੀ ਦੇ ਘਰ ਠਹਿਰੇ ਤਾਂ ਬਿਦਰ ਜੀ ਨੂੰ ਤਾਂ ਚੰਨ ਹੀ ਚੜ੍ਹ ਗਿਆ ਤੇ ਉਸਨੇ ਇਉਂ ਮਹਿਸੂਸ ਕੀਤਾ ਜਿਵੇਂ ਕੀੜੀ ਦੇ ਘਰ ਨਾਰਾਇਣ ਆ ਗਏ ਹੋਣ। ਬੜਾ ਪ੍ਰੇਮ ਕੀਤਾ ਤੇ ਮਹਾਂਪੁਰਸ਼ ਤਾਂ ਹੁੰਦੇ ਹੀ ਪ੍ਰੇਮ ਦੇ ਪੁਜਾਰੀ ਹਨ। ਬਿਦਰ ਜੀ ਦੀ ਇਸਤਰੀ ਨੂੰ ਤਾਂ ਇੰਨੀ ਖੁਸ਼ੀ ਹੋਈ ਕਿ ਉਸਨੇ ਕੇਲੇ ਛਿੱਲ ਕੇ ਦਿੱਤੇ ਤਾਂ ਕੇਲੇ ਦੀ ਥਾਂ ਛਿੱਲਾਂ ਹੀ ਪ੍ਰੇਮ ਖੁਮਾਰੀ ਵਿੱਚ ਮਸਤ ਹੋਈ ਹੋਈ ਸ੍ਰੀ ਕ੍ਰਿਸ਼ਨ ਜੀ ਨੂੰ ਫੜਾਈ ਗਈ ਤੇ ਗੁੱਦਾ ਸੁੱਟੀ ਗਈ। ਫਿਰ ਸਾਗ ਚਾੜਿਆ ਤਾਂ ਉਸ ਵਿੱਚ ਉਸ ਨੂੰ ਲੂਣ ਪਾਉਣ ਦਾ ਚੇਤਾ ਹੀ ਨਾ ਰਿਹਾ ਤੇ ਸ੍ਰੀ ਕ੍ਰਿਸ਼ਨ ਜੀ ਅਲੂਣਾ ਸਾਗ ਖਾ ਕੇ ਬੜੇ ਆਨੰਦ ਤੇ ਪ੍ਰਸੰਨ ਹੋਏ। ਰਾਤ ਨੂੰ ਸੁੱਤੇ ਹੀ ਨਾ, ਸਗੋਂ ਹਰੀ ਭਗਤ ਤੇ ਪ੍ਰੇਮ ਭਗਤੀ ਦੀਆਂ ਗੱਲਾਂ ਕਰਦਿਆਂ ਹੀ ਰਾਤ ਬਤੀਤ ਕਰ ਦਿੱਤੀ। ਇਸ ਪ੍ਰੇਮਮਈ ਨਜ਼ਾਰੇ ਦੀ ਖਬਰ ਨੇ ਦੁਰਜੋਧਨ ਨੂੰ ਈਰਖਾ ਦੀ ਅੱਗ ਵਿੱਚ ਹੀ ਸਾੜ ਦਿੱਤਾ। ਭਗਤ ਕਬੀਰ ਜੀ ਇਸ ਬਾਰੇ ਮਾਰੂ ਰਾਗ ਵਿੱਚ ਦੱਸਦੇ ਹਨ। ਰਾਜਨ ਕੌਣ ਤੁਮਾਰੇ ਆਵੇ,
राजन कौन तुम्हारे आवे, ऐसो पाओ बिदर को देखे ओ, ओह गरीब मोहे पावे। रहाऊ। हस्ती देख परम ते पूला, श्री भगवान न जानिया। तुमरो दूध बिदर को पानो, अमृत कर मेहमानिया। खीर समान साग में पाया, गुण गावत रैन बिहानी। कबीर को ठाकुर अनंद बिनोदी, जात न काहू की जानी। कबीर को ठाकुर अनंद बिनोदी, जात न काहू की जानी। ਦੁਰਯੋਧਨ ਨੇ ਸ੍ਰੀ ਕ੍ਰਿਸ਼ਨ ਜੀ ਨੂੰ ਕਿਹਾ, ਕੀ ਗੱਲ ਹੈ, ਤੁਸੀਂ ਰਾਜ ਮਹੱਲ ਵੱਡੇ ਵੱਡੇ ਭੀਸ਼ਮ ਪਿਤਾਮਾ ਤੇ ਕਰਨ ਵਰਗੇ ਮਨੁੱਖਾਂ ਨੂੰ ਛੱਡ ਕੇ ਇੱਕ ਦਾਸ ਗੋਲੇ ਦੇ ਘਰ ਜਾ ਰਹੇ, ਕੀ ਇਸ ਬਾਰੇ ਤੁਹਾਨੂੰ ਖਿਆਲ ਨਹੀਂ ਆਇਆ ਕਿ ਕੀ ਕਰ ਰਹੇ ਹੋ? ਤੁਹਾਡੇ ਇਸ ਕਰਤੱਵ ਨੂੰ ਤਾਂ ਸਭ ਨੇ ਬੁਰਾ ਮਨਾਇਆ ਹੈ। ਸ੍ਰੀ ਕ੍ਰਿਸ਼ਨ ਭਗਵਾਨ ਜੀ ਹੱਸ ਪਏ, ਕਹਿਣ ਲੱਗੇ, ਰਾਜਨ, ਮੇਰੇ ਮਨ ਵਿੱਚ ਕੋਈ ਨਾਰਾਜ਼ਗੀ ਨਹੀਂ। ਮੈਂ ਤਾਂ ਪ੍ਰੇਮ ਦਾ ਪੁਜਾਰੀ ਹਾਂ। ਤੇਰੇ ਪਾਸ ਖਾਣ ਪਾਣ, ਮਹੱਲਾਂ ਤੇ ਹੋਰ ਸਭ ਚੰਗੀਆਂ ਵਸਤਾਂ ਹਨ, ਤੇ ਤੂੰ ਸਾਨੂੰ ਸੌਣ ਲਈ ਪਲੰਘ ਤੇ ਚੰਗਾ ਬਿਸਤਰਾ ਵੀ ਦੇ ਸਕਦਾ ਹੈ। ਪਰ ਇੱਕੋ ਹੀ ਕਸਰ ਹੈ ਕਿ ਇਹ ਸਭ ਚੀਜ਼ਾਂ ਪ੍ਰੇਮ ਤੋਂ ਬਿਨਾਂ ਅੰਗੀਕਾਰ ਕਰਨ ਦੇ ਯੋਗ ਨਹੀਂ ਹਨ। ਹੋਰ ਸਾਨੂੰ ਤੁਹਾਡੇ ਨਾਲ ਕੋਈ ਦੁੱਖ ਨਹੀਂ। ਅਸੀਂ ਪ੍ਰੇਮ ਦੇ ਪੁਜਾਰੀ ਹਾਂ। ਪਰ ਨਿਰਾ ਪ੍ਰੇਮ, ਪ੍ਰੇਮ ਕੀ ਹੋਇਆ? ਜੋ ਖਾਣ ਨੂੰ ਅਲੂਣਾ ਸਾਗ ਮਿਲਿਆ, ਉਹ ਖਾਣ ਨੂੰ ਆਪ ਦਾ ਜੀ ਕਿਵੇਂ ਕੀਤਾ? ਵਾਹ, ਉਹ ਅਲੂਣਾ ਸਾਗ ਤਾਂ ਐਸਾ ਸੀ ਕਿ ਖੀਰ ਤੋਂ ਵੀ ਸਵਾਦ ਸੀ, ਨਿਰਾ ਅੰਮ੍ਰਿਤ ਸੀ। ਰਾਜਨ, ਤੇ ਹਰੀ ਗੁਣ ਗਾਉਂਦਿਆਂ ਜਿਹੜੀ ਰਾਤ ਬਤੀਤ ਹੋਈ ਹੈ, ਉਸ ਦੀ ਤਾਂ ਮਹਿਮਾ ਹੀ ਕਥਨ ਨਹੀਂ ਹੋ ਸਕਦੀ। ਇਹ ਕਹਿ ਕੇ ਕ੍ਰਿਸ਼ਨ ਜੀ ਚੁੱਪ ਹੋ ਗਏ ਤੇ ਦੁਰਯੋਧਨ ਵਾਪਸ ਮੁੜ ਗਿਆ। ਇਹ ਸੀ ਭਗਤ ਬਿਦਰ ਜੀ ਦੀ ਸਾਖੀ। ਗੁਰੂ ਪਿਆਰੀ ਸੰਗਤ ਜੀ, ਭੁੱਲਾਂ ਨਾ ਚਿਤਾਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।